ਸਮਾਰਟ ਟੀਵੀ ਵੱਲੋਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਸੰਘਰਸ਼ ਨੂੰ ਚੱਲਿਆਂ ਪੰਜਾਬ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ 2 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਜੋ ਹਾਲਾਤ ਪਿਛਲੇ ਦਿਨਾਂ ਦੇ ਵਿੱਚ ਬਣੇ ਔਰ ਜਿਸ ਢੰਗ ਦੇ ਨਾਲ ਕਿਸਾਨੀ ਸੰਘਰਸ਼ ਨਵੇਂ ਪੜਾਅ ਤੈਅ ਕਰਦਾ ਹੋਇਆ ਦਿੱਲੀ ਵਿੱਚ ਇਸ ਦਾ ਕੇਂਦਰ ਬਣ ਗਿਆ ਹੈ, ਉਸ 'ਤੇ ਮੁੱਖ ਰੱਖਦੇ ਹੋਏ ਸਾਨੂੰ ਇਸ ਬਾਰੇ ਗੰਭੀਰ ਵਿਚਾਰ ਕਰਨਾ ਪਏਗਾ। ਅੱਜ ਸਾਡੇ ਵਿਚਾਰ ਦਾ ਵਿਸ਼ਾ ਹੈ ਕਿਸਾਨੀ ਸੰਘਰਸ਼ ਅਤੇ ਇਸ ਦੇ ਦਿੱਲੀ ਮੋਰਚੇ ਦੇ ਵੱਡੇ ਅਰਥ। ਕਿਉਂਕਿ ਕਿਸਾਨੀ ਸੰਘਰਸ਼ ਤਾਂ ਲੜਿਆ ਜਾ ਰਿਹਾ ਹੈ, ਲੇਕਿਨ ਇਸ ਦੇ ਨਾਲ ਜੋ ਹੁਣ ਨਵੀਂ ਚੀਜ਼ ਜਮ੍ਹਾਂ ਹੋ ਗਈ ਨਾਲ, ਉਹ ਹੈ ਦਿੱਲੀ ਮੋਰਚਾ। 2 ਮਹੀਨੇ ਪੰਜਾਬ ਦੇ ਵਿੱਚ ਗੱਡੀਆਂ ਦਾ ਰੋਕਾ ਕਰਕੇ, ਸੜਕਾਂ ਰੋਕ ਕੇ ਔਰ ਸਾਰੀ ਕਰਕੇ ਜੋ ਸੰਘਰਸ਼ ਦਾ ਪੜਾਅ ਹੁਣ ਦਿੱਲੀ ਸ਼ਿਫਟ ਹੋ ਗਿਆ ਹੈ, ਉਸ ਦੇ ਵਿੱਚ ਮੈਂ ਸਮਝਦਾ ਕਿ ਸਾਡੇ ਵਾਸਤੇ ਬਹੁਤ ਗੰਭੀਰ ਵਿਚਾਰ ਕਰਨਾ ਜ਼ਰੂਰੀ ਹੈ। ਜਦੋਂ ਇਹਨਾਂ ਕਿਸਾਨ ਜਥੇਬੰਦੀਆਂ ਨੇ 26 ਔਰ 27 ਨਵੰਬਰ ਨੂੰ ਦਿੱਲੀ ਵਿਖੇ ਮੋਰਚਾ ਲਗਾਉਣ ਦਾ ਐਲਾਨ ਕੀਤਾ ਸੀ, ਤਾਂ ਮੇਰਾ ਖਿਆਲ ਹੈ ਕੇਂਦਰ ਸਰਕਾਰ ਨੇ ਇਸ ਨੂੰ ਅੰਡਰ ਐਸਟੀਮੇਟ ਕਰ ਲਿਆ। ਜੋ ਪ੍ਰਭਾਵ, ਜੋ ਜਜ਼ਬਾ, ਜੋ ਉਤਸ਼ਾਹ ਪਿਛਲੇ ਸਾਰੇ ਸੰਘਰਸ਼ ਨੇ ਲਿਆਂਦਾ ਔਰ ਜਿਸ ਢੰਗ ਦੇ ਨਾਲ ਹਰਿਆਣਾ ਸਰਕਾਰ ਨੇ ਕਿਸਾਨ ਜਥੇਬੰਦੀਆਂ ਦੇ ਦਿੱਲੀ ਵਧਣ ਤੋਂ ਬਸ ਰੋਕਿਆ, ਉਸ ਨਾਲ ਮੈਂ ਸਮਝਦਾ ਕਿ ਇੱਕ ਨਵੀਂ ਐਸੀ ਸਥਿਤੀ ਬਣ ਗਈ ਹੈ ਜਿਹੜੀ ਕਿ ਇਤਿਹਾਸ ਨਾਲ ਜਾ ਜੁੜੀ ਹੈ। ਵਿਦਵਾਨ ਲੋਕ, ਲੇਖਕ ਇਸ ਨੂੰ ਇਸ ਤਰ੍ਹਾਂ ਮਹਿਸੂਸ ਕਰਦੇ ਨੇ ਕਿ ਜਿਵੇਂ 1982 ਦੇ ਵਿੱਚ ਭਜਨ ਲਾਲ ਦੀ ਸਰਕਾਰ ਨੇ ਸਿੱਖਾਂ ਨੂੰ ਕਾਮਨਵੈਲਥ ਗੇਮ ਜਾਣ ਤੋਂ ਰੋਕਿਆ ਸੀ ਔਰ ਬਹੁਤ ਸਿੱਖਾਂ ਨੂੰ ਜ਼ਲੀਲ ਕੀਤਾ ਸੀ, ਉਸ ਤੋਂ ਵੀ ਅੱਗੇ ਜਾ ਕੇ ਖੱਟਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਔਰ ਨੌਜਵਾਨਾਂ ਨੂੰ ਜਿਵੇਂ ਰੋਕਿਆ, ਰਸਤੇ ਬੈਰੀਕੇਡ ਲਗਾਏ ਗਏ ਔਰ ਇਤਨੇ ਸਖਤ ਬੈਰੀਕੇਡ ਲਗਾਏ ਗਏ ਕਿ ਉਹਨਾਂ ਨੇ ਸੋਚਿਆ ਵੀ ਸ਼ਾਇਦ ਇਹ ਨਾ ਤੁਰੇ ਜਾ ਸਕਣ, ਪਰ ਉਹ ਵੀ ਕਿਸਾਨਾਂ ਦੇ ਜੋਸ਼ ਅੱਗੇ, ਨੌਜਵਾਨਾਂ ਦੇ ਜੋਸ਼ ਅੱਗੇ ਨਹੀਂ ਟਿਕ ਸਕੇ। ਸੋ ਸਾਡੇ ਸਾਹਮਣੇ ਵਿਚਾਰ ਕਰਨ ਦੀ ਮੁੱਦਾ ਇਹ ਹੈ ਕਿ ਜਦੋਂ ਕਿਸਾਨੀ ਸੰਘਰਸ਼ ਇੱਕ ਨਵੀਂ ਇਬਾਰਤ ਲਿਖ ਰਿਹਾ ਹੈ ਅਤੇ ਇਸ ਦਾ ਜਿਹੜਾ ਫੋਕਸ ਹੈ ਉਹ ਦਿੱਲੀ ਬਣ ਗਿਆ, ਤਾਂ ਇਹਦੇ 'ਚ ਜੋ ਦਿਮਾਗਾਂ ਦੀ ਲੜਾਈ ਸ਼ੁਰੂ ਹੋ ਗਈ ਹੈ, ਉਹਦੇ ਵਿੱਚ ਜਿੱਤ ਅਤੇ ਹਾਰ ਦਾ ਸਥਿਤੀ ਬਣ ਗਈ ਹੈ। ਕਿਸਾਨਾਂ ਲਈ ਆਰ ਪਾਰ ਦੀ ਲੜਾਈ, ਜਿਹਨੂੰ ਅੰਗਰੇਜ਼ੀ ਡੂ ਔਰ ਡਾਈ ਦੀ ਸਥਿਤੀ ਬਣ ਗਈ ਹੈ। ਉਸ ਵਾਸਤੇ ਉਹ ਕੀ ਕਰਨਗੇ ਕਿ ਉਹ ਕੇਂਦਰ ਸਰਕਾਰ ਨਾਲ ਜੋ ਗੱਲਬਾਤ ਦਾ ਸੱਦਾ ਆ ਰਿਹਾ ਹੈ ਜਾਂ ਗੱਲਬਾਤ ਨਹੀਂ, ਜਿਵੇਂ ਵੀ ਅੱਗੇ ਗੱਲ ਚੱਲੇਗੀ, ਉਸ ਵਾਸਤੇ ਕਿਸਾਨ ਕੀ ਮੋਰਚਾ ਕਰਨਗੇ ਜਾਂ ਕੀ ਮੋਰਚੇ ਦਾ ਕੀ ਰੁਖ ਹੋਏਗਾ। ਇਸ ਵਾਸਤੇ ਮੈਂ ਮਹਿਸੂਸ ਕਰਦਾ ਖਾਲਸਾ ਜੀ ਕਿ ਇਹ ਜੋ ਦਿੱਲੀ ਜਾਣਾ ਹੈ, ਇਸ ਨੂੰ ਇਤਿਹਾਸ ਨਾਲ ਵੀ ਜੋੜ ਦਿੱਤਾ ਗਿਆ ਹੈ। ਕਿਉਂਕਿ ਗੁਰੂ ਸਾਹਿਬਾਨ ਦੇ ਕਾਲ, ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਦਿੱਲੀ, ਕਿਉਂਕਿ ਦਿੱਲੀ ਇੱਕ ਸਿੰਬਲ ਹੈ ਸਿੱਖਾਂ ਦੀ ਪੰਜਾਬ ਪ੍ਰਤੀ ਨਫ਼ਰਤ ਦਾ। ਗੁਰੂ ਨਾਨਕ ਸਾਹਿਬ ਦੇ ਕਾਲ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦੇ ਇਤਿਹਾਸ ਨੂੰ ਵੱਖਰਾ ਰੱਖ ਦਈਏ ਤਾਂ ਦਿੱਲੀ ਤੋਂ ਹੀ ਸਾਡੇ ਪੰਜਾਬ ਦੀ ਜਿਹੜੀ ਸਥਿਤੀ ਹੈ, ਜਾਂ ਪੰਜਾਬ ਦੇ ਜੋ ਸੰਘਰਸ਼ ਹੈ, ਦਿੱਲੀ ਸਰਕਾਰ ਨਾਲ, ਚਾਹੇ ਉਹ ਮੁਗਲਾਂ ਦੀ ਸੀ, ਚਾਹੇ ਅੰਗਰੇਜ਼ਾਂ ਦੀ ਸੀ, ਚਾਹੇ ਹੁਣ ਹਿੰਦੂਤਵ ਸਰਕਾਰ ਦੀ ਨੀਤੀ ਹੈ, ਉਸ ਨਾਲ ਟਕਰਾ ਰਹੀ ਹੈ। ਇਸ ਵਾਸਤੇ 237 ਸਾਲ ਪਹਿਲਾਂ ਜੋ ਬਘੇਲ ਸਿੰਘ ਹੋਰਾਂ ਨੇ 1783 ਦੇ ਵਿੱਚ ਦਿੱਲੀ ਜਾ ਕੇ ਫਤਿਹ ਕਰਕੇ ਉੱਥੇ ਆਪਣਾ ਸਿੱਖ ਰਾਜ ਦਾ ਪਰਚਮ ਲਹਿਰਾਇਆ ਸੀ, ਉਹ ਗੱਲ ਵੱਖਰੀ ਹੈ ਕਿ ਉਹ ਰਾਜ ਨਹੀਂ ਅੱਗੇ ਕੰਟੀਨਿਊ ਕਰ ਸਕੇ, ਉਹ ਰੈਵੋਲੂਸ਼ਨ ਜਿਹੜਾ ਨਹੀਂ ਕਿਸੇ ਸਥਿਰ ਰੱਖ ਸਕਿਆ। ਲੇਕਿਨ 237 ਸਾਲ ਬਾਅਦ ਦੇ ਸੰਘਰਸ਼ ਦੇ ਨਾਲ ਇਸ ਨੂੰ ਜੋੜ ਦਿੱਤਾ ਗਿਆ, ਭਾਵੇਂ ਕਿ ਸੰਦਰਭ ਠੀਕ ਹੈ, ਦਿੱਲੀ ਔਰ ਸਿੱਖਾਂ ਦਾ ਹੈ, ਲੇਕਿਨ ਉਹਦੇ ਇਸ਼ੂਜ਼ ਹੋਰ ਨੇ। ਲੇਕਿਨ ਜੋ ਇੱਕ ਤਰ੍ਹਾਂ ਦਾ ਦਿੱਲੀ ਵੱਲ ਜਾਣ ਦਾ, ਕੂਚ ਕਰਕੇ ਉੱਥੇ ਆਪਣੀ ਮੰਗਾਂ ਮਨਵਾਉਣ ਦੀ ਗੱਲ ਹੈ, ਉਹ ਮੈਂ ਸਮਝਦਾ ਕਿ ਇਤਿਹਾਸ ਦੇ ਵਿੱਚ ਜਾਰੀ ਜਿਵੇਂ ਪ੍ਰੇਰਨਾ ਮਿਲੀ ਹੈ। ਇਸ ਵਾਸਤੇ ਇਹ ਮੋਰਚਾ ਜਿਹੜਾ ਹੈ ਉਸ ਜੋਸ਼, ਜਜ਼ਬੇ ਔਰ ਕਹਿ ਸਕਦੇ ਹਾਂ ਕਿ ਵੱਡੇ ਅਕੀਦਿਆਂ ਦੇ ਨਾਲ ਮੁੱਖ ਰੱਖ ਕੇ, ਅੱਗੇ ਰੱਖ ਕੇ ਇਹ ਲੜਿਆ ਜਾ ਰਿਹਾ। ਅੱਜ 6 ਦਿਨ ਹੋ ਗਏ ਨੇ ਸੰਘਰਸ਼ ਲੜਿਆਂ ਨੂੰ, ਮੋਰਚਾ ਲੱਗੇ ਨੂੰ, ਅਤੇ ਕਿਸਾਨਾਂ ਨੇ ਜੋ ਐਲਾਨ ਕੀਤਾ ਹੈ, ਜਾਂ ਜਿਵੇਂ ਵੀ ਭਾਰਤ ਦੇ ਹੋਰ ਯੂਪੀ ਦੇ, ਬਿਹਾਰ ਤੋਂ ਔਰ ਰਾਜਸਥਾਨ ਤੋਂ ਅਤੇ ਹੋਰ ਜੋ ਸੰਘਰਸ਼ੀਲ ਕਿਸਾਨ ਆ ਰਹੇ ਨੇ, ਉਸ ਨਾਲ ਦਿੱਲੀ ਦੇ ਜੋ ਮੁੱਖ 5 ਐਂਟਰੀ ਪੁਆਇੰਟਸ ਨੇ ਉਹ ਰੋਕ ਦਿੱਤੇ ਗਏ ਨੇ। ਕਿਸਾਨ ਮਹਿਸੂਸ ਕਰਦੇ ਨੇ ਕਿ ਜਿਵੇਂ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਬਰਾੜੀ ਮੈਦਾਨ ਚਲੇ ਜਾਓ ਅਤੇ ਉੱਥੇ ਰਹਿ ਕੇ ਧਰਨਾ ਦਿਓ ਅਤੇ ਸਾਡੇ ਨਾਲ ਗੱਲਬਾਤ ਕਰੋ, ਉਹ ਮੈਂ ਸਮਝਦਾ ਕਿ ਕਿਸਾਨਾਂ ਦਾ ਦਿਮਾਗ ਜਿਹੜਾ ਡਿਪਲੋਮੈਟਿਕ ਜਿਹੜੀ ਉਹ ਉਹਨਾਂ ਦੀ ਲੜਾਈ ਹੈ, ਉਹਦੇ ਵਿੱਚ ਉਹਨਾਂ ਨੇ ਪਹਿਲਾ ਦੂਸਰਾ ਪੜਾਅ ਜਿੱਤ ਲਿਆ ਕਿ ਜਦੋਂ ਕਿ ਉਹਨਾਂ ਨੂੰ ਇੱਕ ਓਪਨ ਜੇਲ੍ਹ ਵਾਂਗ ਫਸਾਇਆ ਜਾ ਰਿਹਾ ਸੀ ਜਾਂ ਰੱਖਿਆ ਜਾ ਰਿਹਾ ਸੀ ਕਿ ਤੁਸੀਂ ਉੱਥੇ ਜਾਓ ਅਤੇ ਤੁਹਾਡੇ ਨਾਲ ਗੱਲਬਾਤ ਕਰੋ। ਉਹ ਮਹਿਜ਼ ਮੁਸਲਮਾਨ ਬੀਬੀਆਂ ਔਰ ਹੋਰ ਜੋ ਬੰਦਿਆਂ ਵੱਲੋਂ ਜੋ CAA ਦੇ ਖਿਲਾਫ ਲਗਾਇਆ ਗਿਆ ਸੀ ਸ਼ਾਹੀਨ ਬਾਗ ਦੇ ਵਿੱਚ ਮੋਰਚਾ, ਉਸ ਵਾਂਗ ਬਣ ਜਾਣਾ ਸੀ। ਪਰ ਕਿਸਾਨ ਤਾਂ ਹੋਰ ਕੁਝ ਕਰਨ ਗਏ ਨੇ, ਆਪਣੀ ਮੰਗਾਂ ਮਨਵਾਉਣ ਗਏ ਨੇ, ਕਾਨੂੰਨ ਵਾਪਸ ਕਰਵਾਉਣ ਗਏ ਨੇ।
इस वास्ते मैं समझदा कि उन्होंने जो 5 एंट्री पॉइंट कवर किए ने और उस जो मूल मुद्दा ਸਿੰਘੂਪੁਰ टिकरी तो होर जो एंट्री पॉइंट्स ने गाजियाबाद वाला एंट्री पॉइंट है वो सील हो गए हैं। इस नाल डिजिटली है कि जो जरूरी वस्तां की सप्लाई है दिल्ली रुक जाएगी, सब्जियां की, दुध की, फल फ्रूट की सारी। पर स्थिति किस पासे जाएगी साढ़े वास्ते ये बड़ा पंजाब बैठे लोग जोड़े ने बड़े चिंतित ने कि ये जो लखां की तादाद के ट्रैक्टर ट्रालियाँ और इतने राशन लैके और कि लगता कि जिमें पूरी छावनी बना के पूरा उत्थे टिकाणा करके वो संघर्ष लड़नगे। ये पंजाब दे विच बैठे और देशों विदेशों बैठे सिख बड़े इस को चिंतित ने कि आफ्टर इसका की हालात बनेंगे और ये की वड्डे अर्थ ने। मैं समझदा कि केंद्र सरकार ने हिंदुत्वी विचारधारा वाली बीजेपी सरकार ने और खट्टर ने सिखां नूं इस तरह रोक के जिस ढंग दे नाल उन्हां ते विछाड़ की गई पानी की, जिस ढंग नाल अथरू गैस सिੱਟੇ गए, जिस तरह वड्डे मोर्चे लगाए गए और ये सोच के कि एक तक सिखां कोलों किसानों को टुटने नहीं सन, जिस ढंग दे नाल उन्होंने ये रोक के और जो विहार किया उस नाल मैं समझदा कि ये जिहड़ा एक तरह का बड़ा इतिहास दे विच कलंकित होने वाली गल बन गई है कि किसी की कारण बने कि केंद्र सरकार जिहड़े कि एक शांतमई तरीके नाल उत्थे जाके संघर्ष लड़न वास्ते जा रही सी उसनूं इन्ना रोकिया। पर हुण स्थिति है कि उत्थे रुक गए ने, उत्थे मोर्चा लग गया है, सारियां जिहड़े ठिकाणे ने उत्थे रख के वो जिहड़े रस्ते ने रोके गए ने। इत्थों की बनेगा, अगे की हालात बनणगे, डू एंड डाई की स्थिति की स्थिति बनेगी। सो मैं महसूस करदा कि ये लड़ाई लंबी चलेगी। पहली गल तो यह है लंबी लड़ाई चलने दे विच इसलिए डिप्लोमेसी की लड़ाई चल रही है। केंद्र सरकार अपने रणनीतिकारां नूं अगे लिया के उन्हां दी राय नाल जिस ढंग दे नाल भी अज किसानां नूं संघर्ष विच गलबात विच बुलाएगी, किसान मैं समझदा ओफेंसिव ने, वो स्ट्रोंग विकेट ते आ गए ने। पंजाब में संघर्ष लड़दे केंद्र सरकार नाल भावें सारा उहदे संघर्ष उधर मुख सीगा, लेकिन पंजाब सरकार ज़्यादा ही इन्वॉल्व सी। भावें कि पंजाब सरकार ने उन्होंने नहीं एक्शन लिया, केंद्र सरकार की उन्होंने एक्शन लवेगी क्योंकि एक बड़ी भी चुनौती है केंद्र सरकार नूं कि ये जो किसान ने आके साढ़े रस्ते रोक के और सारी अपनी टर्म डिकटेट करा रहे हैं। सो एक तो ये जिहड़े अर्थ निकलते हैं वो ये निकल सकते हैं कि केंद्र सरकार सूनर और लेटर झुक जाए, झुकना पेगा जो महसूस किए जाते किसान महसूस करते हैं। कोई कल मन की बात किसानी कानूनों नूं फिर एक बारी उन्होंने हमायत की है, पर किसान कहते सी वापस करा के जाने ने। ये एक बड़ी मतलब सी साह की स्थिति भी नहीं बनी हुई, ये बिल्कुल डायरैक्ट कन्फ्रंटेशन वाली स्थिति है। दूसरी मैं समझदा कि ये जिहड़ी संघर्ष लड़िया जा रहा है ये भावें आल इंडिया पद्धर ते सारे किसानां लई संघर्ष है, पर क्यों ये सिर्फ सिखां दा और जिहड़े पंजाब की किसानी है वही अगे अगे लड़ रही है। अगर गलबात लई सद्दा मिल रहा तो इन्हों मिल रहा है, दूसरे भी नाल जुड़नगे। जोगिंदर यादव भी इन्वॉल्व ने, दूजियां स्टेटां दे किसान यूनियन वो भी इन्वॉल्व ने। पर असीं जो सिख पंथ वालों जो पंजाब वालों वेखदे आ तां इहदे च जिहड़ी साडी टकराह है वो हिंदुत्व की जिहड़ी विचारधारा है तो पंजाब की जो सिखी विचारधारा है वो एक बैटल लाइन ड्रा हो रही ने। इस करके मैं समझदा कि जो ये गल सिखी और हिंदुत्व की लड़ाई बनती जा रही है, भावें किसान जथेबंदियों के बारे कोई गल नहीं कर रही क्योंकि किसानों का मुद्दा ही नहीं है, पर असी जो विश्लेषक बाहर बैठे हाँ और इसनूं इसी तरह वेख रहे हैं तो जिस ढंग के नाल ये स्थिति बनती जा रही है ਜਾਂ इस तरीके नाल बनेगी उस मुताबिक महसूस किया जा सकता है कि लड़ाई बैटल लाइन जिहड़ियां ने जिहड़ी कि पिछलियां सदियां तो पंजाब और केंद्र सरकार विरुद्ध लड़दियां आंदियां रही ने वो लैटरल लाइन पर ड्रा हुई ने। इस दे विच जिहड़ी किसानी की रणनीति चल रही है वो बड़ी दृढ़ता है, ये गल मननी पेगी क्योंकि अज तक तो जो संघर्ष सीगे वो राजनीतिक पार्टियां लड़दी जा रही ने। राजनीतिक पार्टियां का और गैर राजनीतिक जथेबंदियों के संघर्ष फर्क आ गया क्योंकि जिहड़ियां राजनीतिक पार्टियां ने उन्होंने वोट पैटर्न या वोट सिस्टम भी मुख रख के अपने जिहड़ियां नीतियां बनानी होंदियां, लेकिन उन्होंने वोटां दे विच कितना फायदा होंदा है, वोट प्रणाली विच उन्हां दी वोटां किवें सुखेर होंदियां ने, पर किसानां लई ऐसी कोई बंधन नहीं है। पर हुण जदों कि किसान जो भी पैंतरा लै रहे ने वो उन्होंने मतलब किसान संघर्ष के हथ में जा रहा हक में जा रहा है, तो केंद्र सरकार के दिमाग ने वो किहो जिहा इस प्रति रुख अपनाउणगे
ਕਿਉਂਕਿ ਅਲਟੀਮੇਟਲੀ ਕੇਂਦਰ ਸਰਕਾਰ ਜਿਹੜੀ ਹੈ ਉਹ ਇਹਨਾਂ ਕਿਸਾਨਾਂ ਉੱਤੇ ਜ਼ਬਰਦਸਤੀ ਕਰੇਗੀ। ਅੱਜ 2 4 5 ਦਿਨ ਵਾਸਤੇ ਵੇਟ ਕਰ ਸਕਦੇ, ਉਸ ਤੋਂ ਬਾਅਦ ਕੀ ਕਰੇਗੀ ਇਹ ਵੇਖਣਾ ਪਏਗਾ, ਕੇਂਦਰ ਸਰਕਾਰ ਦੀ ਨੀਤੀ ਵੇਖਣੀ ਪਏਗੀ। ਪਰ ਜਿਹੜੀ ਦ੍ਰਿੜਤਾ ਕਿਸਾਨ ਜਥੇਬੰਦੀਆਂ ਦਿਖਾ ਰਹੀਆਂ ਨੇ ਔਰ ਇਹਨਾਂ ਦੇ ਏਕਤਾ ਜਿਹੜੀ ਸਾਰੀ ਹੈ, ਕਿਉਂਕਿ ਸਾਰੇ ਸਾਂਝ ਜਿਹੜਾ ਕਾਸ ਸਾਂਝਾ ਹੈ, ਉਹਨਾਂ ਦੇ ਵਿੱਚ ਵਿਚਾਰਕ ਮਤਭੇਦ ਪਹਿਲਾਂ ਕਦੀ ਹੁੰਦੇ ਹੋਣਗੇ, ਪਰ ਇਸ ਦੇ ਵਿੱਚ ਜਿਹੜਾ ਯੂਥ ਹੈ, ਯੂਥ ਦੇ ਵਿੱਚ ਮੈਂ ਸਮਝਦਾ ਕਿ ਬੜੀ ਡਰਾਈਵਿੰਗ ਫੋਰਸ ਬਣੀ ਹੋਈ ਹੈ, ਬੜੀ ਮੋਟੀਵੇਟਿਵ ਆਗੂਆਂ ਨੂੰ, ਜਿਹੜੇ ਕਿਸਾਨ ਜਥੇਬੰਦੀ ਦੇ ਆਗੂ ਨੇ ਉਹਨਾਂ ਨੂੰ ਵੀ ਕੋਈ ਗਲਤ ਫੈਸਲਾ ਜਾਂ ਕਮਜ਼ੋਰ ਫੈਸਲਾ ਲੈਣ 'ਤੇ ਉਹਨਾਂ ਨੂੰ ਰੋਕ ਰਹੀ ਹੈ, ਇੱਕ ਤਰ੍ਹਾਂ ਦਾ ਚੈੱਕ ਬਣੀ ਹੋਈ ਹੈ। ਜਿਹੜੇ ਯੂਥ ਬਾਰੇ, ਪੰਜਾਬ ਦੇ ਯੂਥ ਬਾਰੇ ਬੜੀ ਧਾਰਨਾ ਬਣੀ ਹੋਈ ਸੀ ਵੀ ਇਹ ਯੂਥ ਜਿਹੜਾ ਨਸ਼ਿਆਂ 'ਚ ਗੁਰਚ ਹੋ ਗਿਆ ਹੈ, ਉੜਤਾ ਪੰਜਾਬ ਸੀ, ਔਰ ਕਿਸ ਤਰ੍ਹਾਂ ਦੀਆਂ ਵਿੱਚ ਐਸੀਆਂ ਭਾਵਨਾਵਾਂ ਬਣੀਆਂ ਸੀ ਕਿ ਪੰਜਾਬ ਦਾ ਯੂਥ ਉਹਨੂੰ ਬਿਲਕੁਲ ਜਿਵੇਂ ਕਹਿੰਦੇ ਆ ਕਿ ਰਾਈਟ ਆਫ ਕਰਤਾ ਗਿਆ ਸੀ। ਉਹ ਸਥਿਤੀ ਨਹੀਂ ਬਣੀ, ਉਹ ਸਥਿਤੀ ਬਦਲ ਗਈ ਹੈ। ਇਹ ਇਸ ਕਿਸਾਨ ਜਥੇਬੰਦੀ ਕਿਸਾਨ ਸੰਘਰਸ਼ ਦਾ, ਇਸ ਮੋਰਚੇ ਦਾ ਵੱਡਾ ਇੱਕ ਪ੍ਰਤੱਖ ਪ੍ਰਮਾਣ ਮਿਲਿਆ ਕਿ ਪੰਜਾਬ ਦਾ ਯੂਥ ਅੱਜ ਵੀ ਜਿਵੇਂ ਵੀ ਉਹ ਗੁਰਮਤਿ ਦੇ ਇਤਿਹਾਸ ਤੇ ਪ੍ਰੇਰਨਾ ਲੈਂਦਾ ਹੋਇਆ ਇਸ ਵਿੱਚ ਕੁੱਦਿਆ ਹੈ, ਔਰ ਜਿਸ ਢੰਗ ਦੇ ਨਾਲ ਉਸ ਨੇ ਇੱਕ ਤਰ੍ਹਾਂ ਦੀ ਵਾਰ ਲੜੀ ਹੈ ਦਿੱਲੀ ਪਹੁੰਚਣ ਦੀ, ਉਹ ਬੜੀ ਮਹਿਸੂਸ ਕੀਤੀ ਜਾਂਦੀ ਕਿ ਬੜੀ ਵੱਡੀ ਪ੍ਰਾਪਤੀ ਹੈ ਸਾਡੇ ਇਸ ਬਾਹਰ ਬੈਠੇ ਜਿਹੜੇ ਵੀਰ ਨੇ, ਪੰਜਾਬ ਦੇ ਵਿੱਚ ਭਾਰਤ 'ਚ ਬੈਠੇ ਹੋਏ, ਕਿ ਪੰਜਾਬ ਦਾ ਯੂਥ ਜਿਹੜਾ ਹੈ ਉਸ ਨੇ ਆਪਣੇ ਨੂੰ ਜੋ ਅਸਰਟ ਕੀਤਾ ਹੈ, ਉਸ ਨਾਲ ਉਸ ਦੀ ਸਥਿਤੀ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਮੋਰਚੇ ਦੇ ਵੱਡੇ ਅਰਥ ਨਿਕਲਣ ਵਿੱਚ ਸਫਲ ਹੋਈ ਹੈ। ਦੂਸਰੇ ਮੈਂ ਸਮਝਦਾ ਕਿ ਇੱਕ ਇੰਟਲੈਕਚੁਅਲ ਵਾਰ ਚੱਲ ਰਹੀ ਹੈ, ਸ਼ੁਰੂ ਹੋ ਗਈ ਹੈ। ਇਹਦੇ ਵੱਡੇ ਅਰਥਾਂ ਦੇ ਵਿੱਚ ਇੱਕ ਇਹ ਸਪਸ਼ਟ ਹੁੰਦਾ ਹੈ ਕਿ ਕਿਸਾਨ ਜਥੇਬੰਦੀਆਂ ਭਾਵੇਂ ਉਹ ਇਸ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੱਕ ਸੀਮਿਤ ਰਹਿ ਸਕਦੀਆਂ ਨੇ, ਪਰ ਇਹਦਾ ਜੋ ਰਾਜਨੀਤਿਕ ਫਾਲ ਆਊਟ ਹੈ ਪੰਜਾਬ ਦੀ ਰਾਜਨੀਤੀ 'ਤੇ, ਸਿੱਖ ਰਾਜਨੀਤੀ 'ਤੇ, ਕਾਂਗਰਸ ਦੀ ਰਾਜਨੀਤੀ 'ਤੇ, ਆਮ ਆਦਮੀ ਪਾਰਟੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਉਹ ਬੜਾ ਗੰਭੀਰ ਮੁੱਦਾ ਬਣੇਗਾ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਰਾਜਨੀਤਿਕ ਨੇ ਉਹ ਇਹਨਾਂ ਕਿਸਾਨ ਜਥੇਬੰਦੀਆਂ ਜਾਂ ਯੂਥ ਦੇ ਜੋਸ਼ ਦੇ ਅੱਗੇ ਆਊਟਕਾਸਟ ਬਣਦੇ ਜਾ ਰਹੇ ਨੇ। ਜਿਵੇਂ ਭਗਵੰਤ ਮਾਨ ਨੂੰ ਮਤਲਬ ਇਸ ਬਸ ਕਹਿਣ ਦੀ ਲੋੜ ਨਹੀਂ ਕਿ ਰਾਜਨੀਤਿਕਾਂ ਨੂੰ ਉਹ ਨੇੜੇ ਨਹੀਂ ਆਉਣ ਦਿੰਦੇ, ਪਰ ਇਹਦੇ ਨਾਲ ਜਿਹੜੇ ਇੰਟਲੈਕਚੁਅਲਸ ਨੇ ਉਹ ਬੜੀ ਗੌਰ ਨਾਲ ਵੇਖ ਰਹੇ ਨੇ ਇਸ ਨੂੰ ਕਿ ਇਹ ਜਿਹੜੀ ਸਥਿਤੀ ਹੈ ਆਉਣ ਵਾਲੇ ਸਮੇਂ 'ਚ ਕੀ ਮੋੜ ਕੱਟੇਗੀ। ਮੋਰਚਾ ਜਿਹੜਾ ਹੈ ਇਹ ਲੱਗਦਾ ਹੈ ਕਿ ਅੱਗੇ ਲੰਮਾ ਚੱਲੇਗਾ, ਕਿਉਂਕਿ ਕਿਸਾਨ ਜਥੇਬੰਦੀ ਦਾ ਪ੍ਰੈਸ਼ਰ ਜੇ ਬਿਲਡ ਹੋਏਗਾ। ਦੂਸਰਾ ਮਹਿਸੂਸ ਕਰਦਾ ਕਿ ਜਿਹੜੀ ਸਰਕਾਰਾਂ ਨੇ ਨਾ ਜੀ, ਉਹ ਸਰਕਾਰਾਂ ਉਹ ਪਰਖਦੀਆਂ ਨੇ ਕਿ ਜਿਹੜੀ ਸੰਘਰਸ਼ ਜਿਹੜੇ ਲੜੇ ਜਾ ਰਹੇ ਨੇ ਉਹ ਕਿੰਨੇ ਕੁ ਪ੍ਰਤੀਬੱਧ ਨੇ, ਕਿੰਨੀ ਕੁ ਕਮਿਟਮੈਂਟ ਹੈ ਉਹਨਾਂ ਦੀ, ਕਿੰਨੀ ਕਨਵਿਕਸ਼ਨ ਹੈ। ਉਹ ਵੇਖਣਗੇ ਕਿ ਕਿਤਨੀ ਦੇਰ ਤੱਕ ਇਹ ਚੱਲਦੇ ਨੇ। ਅਗਰ ਇਹ ਸੰਘਰਸ਼ ਜਿਹੜਾ ਮੋਰਚਾ ਅੱਗੇ ਵੱਧਦਾ ਹੈ, ਇਸ ਦੇ ਨਾਲ ਅੱਗੇ ਜਾ ਕੇ ਹੋਰ ਕਈ ਤਰ੍ਹਾਂ ਦੀ ਪ੍ਰੋਬਲਮਸ ਕ੍ਰੀਏਟ ਕਰਦਾ ਹੈ ਕੇਂਦਰ ਸਰਕਾਰ ਵਾਸਤੇ, ਲੋਕਾਂ ਵਾਸਤੇ, ਤਾਂ ਮੈਂ ਮਹਿਸੂਸ ਕਰਦਾ ਕਿ ਕੇਂਦਰ ਸਰਕਾਰ ਨੂੰ ਝੁਕਣਾ ਪਏਗਾ। ਪਰ ਕਿਸਾਨ ਜਥੇਬੰਦੀਆਂ ਨਹੀਂ ਝੁਕਣਗੀਆਂ। ਇਸ ਗੱਲ ਬਾਰੇ 6 ਦਿਨ ਹੋ ਗਏ ਨੇ, ਇਸ ਬਾਤ ਸਪਸ਼ਟ ਹੋ ਗਿਆ ਕਿ ਕਿਸਾਨ ਜਥੇਬੰਦੀਆਂ ਨਹੀਂ ਝੁਕਣਗੀਆਂ। ਕੇਂਦਰ ਸਰਕਾਰ ਨੂੰ ਕਿਤੇ ਨਾ ਕਿਤੇ ਝੁਕਣਾ ਪਏਗਾ ਅਤੇ ਕਾਨੂੰਨ ਵਾਪਸ ਲੈਣੇ ਪੈਣਗੇ। ਇਸ ਦੇ ਨਾਲ ਜਿਹੜੇ ਅੱਗੇ ਜਾ ਕੇ ਫਾਲੋਆਊਟਸ ਨੇ ਕਿ ਕਿਸਾਨ ਜਥੇਬੰਦੀਆਂ ਕੀ ਰਾਜਨੀਤੀ ਵਿੱਚ ਆਉਣਗੀਆਂ, ਕੀ ਰਾਜਨੀਤੀ ਨੂੰ ਡਿਕਟੇਟ ਕਰਾਉਣਗੀਆਂ, ਕੀ ਰਾਜਨੀਤੀ ਦੀ ਡਰਾਈਵਿੰਗ ਸੀਟ 'ਤੇ ਆਉਣਗੀਆਂ, ਕੀ ਪੰਜਾਬ ਦੀ ਰਾਜਨੀਤੀ ਦੀ ਇਹ ਕਿੰਗ ਮੇਕਰ ਬਣਨਗੇ। ਇਹ ਵੀ ਮੈਂ ਸਮਝਦਾ ਕਿ ਅੱਗੇ ਹੈ ਵੱਡਾ ਅਰਥ ਦਾ, ਲੇਕਿਨ ਇਹ ਅਜੇ ਅੱਗੇ ਦੀ ਕੜੀ ਹੈ, ਕਿਉਂਕਿ ਅੱਗੇ ਇਸ ਬਾਰੇ ਵਿਚਾਰ ਕੀਤਾ ਜਾਏਗਾ ਕਿ ਕਿਸਾਨ ਜਥੇਬੰਦੀਆਂ ਪਰ ਵਰਤਮਾਨ ਦੇ ਵਿੱਚ ਜੋ ਇੱਕ ਬੈਟਲ ਲਾਈਨ ਡਰਾ ਹੋ ਰਹੀ ਦਿੱਲੀ ਅਤੇ ਪੰਜਾਬ ਦੇ ਵਿਚਕਾਰ, ਉਹ ਸੰਘਰਸ਼ ਹੈ ਜਿਹੜਾ ਕਿ ਪਿਛਲੇ 84 ਤੋਂ ਪਹਿਲਾਂ 47 ਤੋਂ ਬਾਅਦ ਪੰਜਾਬ ਦੇ ਵਿੱਚ ਲੜਿਆ ਜਾ ਰਿਹਾ। ਪੰਜਾਬੀ ਸੂਬੇ ਦੀ ਮੋਰਚਾ ਹੈ, ਚਾਹੇ ਚੰਡੀਗੜ੍ਹ ਦਾ ਪ੍ਰਾਪਤੀ ਹੈ, ਜਾਂ ਪੁਰਾਣੀ ਦੀ ਪ੍ਰਾਪਤੀ ਹੈ, ਇਹ ਸਾਰਾ ਜਿਹੜਾ ਪਿੱਛੇ ਬੈਕਲੌਗ ਸੰਘਰਸ਼ ਦਾ ਪਿਆ ਹੈ ਨਾ ਜੀ, ਇਹ ਕਿਸਾਨੀ ਸੰਘਰਸ਼ ਨੇ ਸੁੱਤੇ ਸਿੱਧ ਪ੍ਰਗਟ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂ ਇਸ ਨੂੰ ਮਹਿਸੂਸ ਕਰਦੇ ਨੇ, ਪਰ ਇਸ ਵਾਸਤੇ ਮੈਂ ਸਮਝਦਾ ਕਿ ਉਹਨਾਂ ਦੇ ਵੀ ਵੱਸ ਦੀ ਗੱਲ ਨਹੀਂ ਹੋਏਗੀ ਕਿ ਜਦੋਂ ਪੰਜਾਬ ਦੇ ਜੋ ਨੌਜਵਾਨਾਂ ਦਾ ਜਜ਼ਬਾ ਅਤੇ ਜਿਹੜੇ ਇੰਟਲੈਕਚੁਅਲ ਜੋ ਮਤਲਬ ਮਹਿਸੂਸ ਕਰਦਾ ਕਿ ਜਿਹੜੀ ਮੈਂ ਕਿਤਾਬਾਂ ਲਿਖਦਾ ਰਿਹਾ, ਜੋ ਵਿਚਾਰ ਦਿੱਤੇ ਨੇ, ਜਾਂ ਸਾਜਮੇਰ ਸਿੰਘ ਵਿਚਾਰ ਦਿੰਦੇ ਰਹੇ ਨੇ, ਜੋ ਹੋਰ ਆਗੂ ਵਿਦਵਾਨਾਂ ਨੇ ਵਿਚਾਰ ਦਿੱਤੇ ਨੇ, ਉਹ ਵਿਚਾਰ ਉਸ ਇੰਟਲੈਕਚੁਅਲ ਜਿਹੜੀ ਇਸ ਮੂਵਮੈਂਟ ਦਾ ਆਧਾਰ ਬਣ ਸਕਦੀ ਹੈ। ਇਹਦੇ ਵਿੱਚ ਜਦੋਂ ਜਿਉਂ ਸਮਾਂ ਅੱਗੇ ਵਧੇਗਾ, ਕੇਂਦਰ ਸਰਕਾਰ ਇਸ ਨੂੰ ਲਮਕਾਏਗੀ, ਤਾਂ ਮਹਿਸੂਸ ਕੀਤਾ ਜਾ ਸਕਦਾ ਕਿ ਜਿਹੜੀਆਂ ਪੰਜਾਬ ਦੇ ਵਿੱਚ ਹੋਰ ਕ੍ਰਾਂਤੀਕਾਰੀ ਲਹਿਰਾਂ ਚੱਲ ਰਹੀਆਂ, ਚਾਹੇ ਉਹ ਖਾਲਿਸਤਾਨ ਦੀ ਲਹਿਰ ਹੈ ਅਤੇ ਭਾਵੇਂ ਉਹ ਕੋਈ ਹੋਰ ਵਧੇਰੇ ਅਧਿਕਾਰਾਂ ਦੀ ਲਹਿਰ ਹੈ, ਉਸ ਨੂੰ ਬਲ ਮਿਲੇਗਾ। ਪਰ ਇਸ ਨਾਲ ਕੀ ਕਿਸਾਨ ਜਥੇਬੰਦੀਆਂ ਨਾਲ ਜਿਹੜਾ ਯੂਥ ਜੁੜਿਆ ਹੋਇਆ ਹੈ, ਉਹ ਕੋਈ ਵੱਖਰਾ ਆਪਣਾ ਕੋਈ ਜੁੱਟ ਬਣਾ ਕੇ ਨਵੇਂ ਆਗੂਆਂ ਦੀ ਅਗਵਾਈ 'ਚ ਆ ਜਾਏਗਾ? ਕਿਉਂਕਿ ਵੱਡੇ ਅਰਥ 'ਚ ਨਿਕਲਦੇ ਨੇ
कि किसान जथेबंदियां दी जिहड़ी लीडरशिप दा एवरेज है वो 50+ है उम्र का। यूथ का जिहड़ा उम्र का वो 20+ है। ये कहा जा सकता कि ये 1999 ਦੇ ਵਿੱਚ जो 16 ਸਾਲਾਂ ਦੀ ਜੰਮੀ जनरेशन है ਜਿਹੜੀ कि अज साढ़े सामने इस चीज़ का प्रगटावा कर रही अपनी शक्ति का। सो पेशकारी जिहड़ी हो रही है संघर्ष की उस दे विच जिहड़ा मीडिया है वो भी एक बड़ा वड्डा रोल अदा कर रहा है इसलिए क्योंकि पहला 2 महीने पहला इंटरनेशनल नेशनल मीडिया ने पंजाब के जिहड़े ये संघर्ष है इस बारे कोई बहुत ही कह सकता कि पेशकारी नहीं की। सोशल मीडिया के उत्ते सारी लड़ाई लड़ी जाती रही है, हुण भी सोशल मीडिया लड़ाई लड़ी जा रही है, पर जिमें ये मीडिया इस इन्वॉल्व होया है और नित प्रति दिन ये जो उत्थे संघर्ष लड़िया जा रहा है उत्थे जो उन्हां दियां रिपोर्ट्स नूं कवर कर रहा है उस नाल इहदे विच एक ऐसा सैक्शन बन गया मोदी मीडिया दे विच जिहड़ा किसी नूं कि पहलां गोदी मीडिया कहंदे हुण मोदी मीडिया कहण शुरू कर पिया। मोदी मीडिया वो जरूर है इस दे विचों जो कुछ भी संघर्ष सिख पंथ का पिछले समयां लड़िया जाता रहा है और इस उभार दे विच जिस ढंग दे नाल वो सामने आ रहा है वो इस नूं जिवें पहलां हिंदू मुसलमान की लड़ाई बनाई जाती रही है उस तरह हिंदू तो सिखां की मुसलमान लड़ाई भी बना सकता है क्योंकि ये जो नारेबाजी लगती है या जो जज्बात उभरते हैं वो सारा सिख इतिहास और सिख जिहड़ियां चिन्ह ने वो अगे आके इस चीज़ नूं महसूस प्रभावित कर रहे हैं। सो ये डर है कि इस दे वड्डे अर्थ जिहड़े कि असीं आप करना चाहुंदे पंथ करना चाहुंदा है या पंजाब का यूथ करना चाहुंदा है उहदे विच मोदी मीडिया का जिहड़ा रोल है उस बारे बड़ा सुचेत होना पवेगा। सो हिंदुस्तान ते पंजाब की जंग के नवें रूप सामने आ रहे हैं। ये किसान जथेबंदियां चाहन चाहे ना चाहन इस दे विचों जिहड़े वड्डे अर्थ निकल रहे हैं वो ये है कि पंजाब का जिहड़ा टकराव पिछलियां सदियां तो दिल्ली नाल चलदा आ रहा है पंजाब की राजनीति के उत्ते जो प्रभाव हुण पेगा इस दे की अर्थ निकलणगे और जिहड़ी अकाली सरकार अकाली राजनीति विचों इहदे विच की रिएक्शन हुंदा है क्योंकि SGPC का 100 साला दिन मनाया गया है, नवीं जगीर कौर प्रधान बन गई है, वो की करेगी। अकाल तख्त साहब के जथेदार साहब ने किसानी समझौते संघर्ष हमायत दी है। ये की अर्थ निकलणगे ये महसूस करना कि आने वाले समय दे विच सिख जथेबंदियां सिख विद्वान और जथेबंद संस्थावां ये की इस विचों की प्रभाव देंदे ने या की पंथ नूं दिशा देंदे ने ये मैं महसूस करदा कि ये जिहड़ा मोर्चा लग्या है जिवें ज्यों लंबा पेगा ज्यों अगे वधेगा त्यों कन्फ्रंटेशन वधेगी। कन्फ्रंटेशन तो बचा करना चाहिए। शांतमई जिहड़ा संघर्ष है जिवें पहलां लड़िया गया इस दे नाल इहदा बड़ा वड्डा पॉजिटिव मैसेज गया कि किसान जथेबंदियां ने जो सरकार चाहती है कि वायलेंस होवे वायलेंस नहीं हुई। इस तरह जेकर ये अगे शांतमई तरीके नाल चलदा है तो इस नाल की है कि ये मोर्चे की सफलता के वधेरे आसार बन गए। वड्डे अर्थ कढ़दे कढ़दे असीं दे विचों पंजाब दी खुशहाली पंजाब लई एक नवें आर्थिक मॉडल पंजाब दा नवां खेती मॉडल पंजाब दी नवीं राजनीति पंजाब दे नवें आगू आने वाले समय के 2025 तक ये 3-4 साल 5 साल जी स्थिति बनेगी ये महसूस करता उसकी बुनियाद जी है इस मोर्चे ने विशेष करके जो इसका दिल्ली कैंप बन गया दिल्ली मोर्चा लग चुका है उस मोर्चे ने आधार बना दिता है। इसके बड़े अर्थ अड कढ़ने इतिहास ने एक जिवें कहंदा भी कई बार इतिहास अपने आप च बन जाता है टीचर बन जाता साडा इतिहास सानू नवीं दिशा देने लग पैंदा। जो आगू फेल हो जान संस्थावां पिछे रह जान तो इतिहास खुद अपने आप सानू दिशा देता है। अज इतिहास की दस्तक हुई है इस दस्तक नूं कौन समझेगा किवें इसका जवाब देगा और किवें इस दे रिस्पोंस दे विच असीं एक्ट करांगे ये आने वाले समय का वेखना पेगा सानू। पर इस दे वड्डे अर्थ जिहड़े ने उसदा बुनियाद रखी जा चुकी है। वाहिगुरू जी का खालसा वाहिगुरू जी की फतेह।